ਮਹੱਲਾ ਤੀਜਾ। ਤੀਸਰੇ ਪਾਤਸ਼ਾਹ। ਸੇਵਾ ਦੇ ਮਹਾਨ ਪੁੰਜ, ਸ਼ਾਂਤੀ ਦਾ ਪ੍ਰਤੀਕ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਵਡਿਆਈ ਕਰਦਿਆਂ ਪਟ ਸਾਹਿਬਾਨ ਕਥਨ ਕਰਦੇ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਜਾਂ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਥਾ ਬੜੀ ਅਕਥ ਹੈ। ਪਟ ਸਾਹਿਬਾਨ ਕਥਨ ਕਰਦੇ ਕਿ ਇੱਕ ਜ਼ੁਬਾਨ ਦੇ ਨਾਲ ਉਹਨਾਂ ਦੀ ਬੇਅੰਤ ਵਡਿਆਈ ਮੁਕੰਮਲ ਤੌਰ 'ਤੇ ਕਥਨ ਨਹੀਂ ਕੀਤੀ ਜਾ ਸਕਦੀ ਹੈ। ਬੇਅੰਤ ਵਡਿਆਈਆਂ ਦੇ ਮਾਲਕ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰਜ ਕਰ ਦਾਹਿਨ ਹੈ, ਸਿਰ ਸਨਮੁਖ ਮੁਖ ਜੋਵੈ। ਜਿਨ੍ਹਾਂ ਦੇ ਸੰਗਤ ਜੀ ਸੱਜੇ ਹੱਥ ਵਾਲੇ ਪਾਸੇ ਸਿੱਧੀਆਂ ਖਲੋਤੀਆਂ ਹੋਈਆਂ ਨੇ, ਖੱਬੇ ਹੱਥ ਵਾਲੇ ਪਾਸੇ ਰਿੱਧੀਆਂ ਖਲੋਤੀਆਂ ਹੋਈਆਂ ਨੇ। ਸੋ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਬੇਅੰਤ ਤਾਕਤਾਂ ਸਿਰ ਰੱਖ ਕੇ ਬੈਠੀਆਂ ਹੋਈਆਂ ਨੇ, ਐਸੇ ਗੁਰੂ ਅਮਰਦਾਸ ਸ਼ਾਂਤੀ ਦੇ ਪੁੰਜ ਮਹਾਰਾਜ ਗੋਇੰਦਵਾਲ ਸਾਹਿਬ ਬਿਰਾਜੇ ਹੋਏ ਨੇ। ਸਿੱਖਾਂ ਪੁੱਛਿਆ, ਮਹਾਰਾਜ ਆਪ ਸਾਨੂੰ ਪਰਮਾਤਮਾ ਦੇ ਨਾਮ ਦੀ ਬਾਤ ਸਮਝਾਉਂਦੇ ਹੋ, ਪਰਮਾਤਮਾ ਦੇ ਸਰੂਪ ਦੀ ਗੱਲ ਸਾਨੂੰ ਦੱਸ ਰਹੇ ਹੋ, ਕਿਰਪਾ ਕਰੋ ਸੱਚੇ ਪਾਤਸ਼ਾਹ ਇਹ ਦੱਸੋ ਸਾਡੇ ਮਨ ਦੀ ਕੀ ਹਾਲਤ ਹੈ, ਤੇ ਮਨ ਦੀ ਮੈਲ ਕਿਹੜੀ ਹੈ, ਮਨ ਨੂੰ ਮੈਲ ਲੱਗੀ ਕਦੋਂ ਕਦੀ ਹੈ, ਇਹ ਮੈਲ ਧੋਤੀ ਕਿਵੇਂ ਜਾਵੇ, ਮਨ ਸਾਫ਼ ਕਿਵੇਂ ਹੋਵੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਵਾਲਾਂ ਦੇ ਉੱਤਰਾਂ ਦੇ ਵਿੱਚ ਅਗੰਮੀ ਬਾਣੀ ਰਾਹੀਂ ਉਪਦੇਸ਼ ਬਖਸ਼ ਰਹੇ ਨੇ। ਆਮ ਆਪਾਂ ਸਮਾਜ ਵਿੱਚ ਦੇਖਦੇ ਹਾਂ, ਜਿਹੜੇ ਕੁਝ ਲੋਕ ਧਾਰਮਿਕ ਪੱਖ ਨਾਲ ਵੀ ਜੁੜੇ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਨਾਸਤਿਕ, ਉਹਨਾਂ ਦੀ ਤਾਂ ਬਾਤ ਹੀ ਨਹੀਂ, ਜਿਹੜੇ ਰੱਬ ਦੇ ਉੱਪਰ ਵਿਸ਼ਵਾਸ ਰੱਖਦੇ ਨਹੀਂ ਹਨ। ਇੱਕ ਐਸੇ ਹੁੰਦੇ ਹੈ ਜਿਹੜੇ ਥੋੜ੍ਹਾ ਥੋੜ੍ਹਾ ਰੱਬ ਦਾ ਰਾਹ ਵੀ ਫੜ ਲੈਂਦੇ ਨੇ ਕਿਤੇ ਕਿਤੇ ਆਪਣੇ ਮਤਲਬ ਵਾਸਤੇ ਹੀ। ਅਤੇ ਜੇ ਉਹਨਾਂ ਨੂੰ ਵੀ ਕਹੀਏ ਕਿ ਜੀ ਰੱਬ ਦਾ ਨਾਮ ਜਪ ਲਓ, ਉਹ ਕਹਿਣਗੇ ਨਹੀਂ ਜੀ ਮਨ ਸਾਫ਼ ਚਾਹੀਦਾ, ਬਸ ਇਹ ਤੋਂ ਇਲਾਵਾ ਹੋਰ ਕੁਝ ਨਹੀਂ। ਬੰਦੇ ਦਾ ਮਨ ਸਾਫ਼ ਹੋਵੇ, ਬਸ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ, ਕਿਤੇ ਕੁਝ ਜਾਣ ਦੀ ਲੋੜ ਨਹੀਂ ਹੈ, ਕਿਤੇ ਕੋਈ ਸੇਵਾ ਕਰਨ ਦੀ ਗੁਰਦੁਆਰੇ ਜਾਣ ਦੀ ਲੋੜ ਨਹੀਂ, ਕਥਾ ਕੀਰਤਨ ਦੀ ਸੁਣਨ ਦੀ ਲੋੜ ਨਹੀਂ, ਬਸ ਮਨ ਸਾਫ਼ ਰੱਖੋ। ਇਹ ਉਹਨਾਂ ਦੇ ਆਮ ਖਿਆਲਾਤ ਹੈ। ਪਰ ਜੇਕਰ ਉਹਨਾਂ ਨੂੰ ਸੰਗਤ ਜੀ ਪੁੱਛਿਆ ਜਾਵੇ ਕਿ ਤੁਹਾਡਾ ਮਨ, ਤੁਸੀਂ ਕਹਿੰਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਅਤੇ ਸੁਭਾਵਿਕ ਗੱਲ ਹੈ ਕਿ ਸਾਫ਼ ਵਸਤੂ ਉਹੀ ਹੋ ਸਕਦੀ ਹੈ ਜਿਹੜੀ ਸਾਡੇ ਹੱਥ ਦੇ ਵਿੱਚ ਹੋਵੇ। ਜਿਵੇਂ ਭਾਂਡੇ ਜੂਠੇ ਹੋ ਗਏ, ਉਹ ਸੰਗਤ ਜੀ ਸਾਫ਼ ਹੋ ਸਕਦੇ ਨੇ, ਮਾਂਜੇ ਜਾ ਸਕਦੇ ਹੈ। ਹੁਣ ਜੇਕਰ ਕੋਈ ਆਖੇ ਜੀ ਭਾਂਡੇ ਸਾਫ਼ ਕਰ ਲਓ, ਪਰ ਭਾਂਡੇ ਹੈ ਕਿੱਥੇ ਇਹ ਦੱਸੇ ਕੁਝ ਨਾ ਪਤਾ ਚੱਲੇ ਆਪਣੇ ਆਪ ਨੂੰ, ਅਤੇ ਗੱਲ ਇਹ ਕਰੇ ਕਿ ਹਾਂ ਭਾਈ ਭਾਂਡੇ ਸਾਫ਼ ਹੋਣੇ ਚਾਹੀਦੇ ਹੈ, ਉਹਨਾਂ ਵਿੱਚ ਪ੍ਰਸਾਦਾ ਛਕਣਾ ਚਾਹੀਦਾ, ਪਰ ਭਾਂਡੇ ਬਰਤਨ ਪਤਾ ਤੇ ਹੋਵੇ ਹੈ ਕਿੱਥੇ ਸੀ, ਜੂਠੇ ਕਦ ਨਾ ਹੋਏ, ਮਾਂਜਣੇ ਕਿਵੇਂ ਨੇ। ਹੁਣ ਭਾਂਡੇ ਬਰਤਨ ਸਾਹਮਣੇ ਹੋਣਗੇ ਜੂਠੇ, ਉਹ ਹੀ ਮਾਂਜੇ ਜਾਣਗੇ ਨਾ। ਇਹ ਦੱਸ ਦਈਏ ਇਕੱਲਾ ਕਿ ਜੀ ਬਸ ਭਾਂਡੇ ਮਾਂਜੇ ਹੋਣੇ ਚਾਹੀਦੇ ਹੈ, ਅਤੇ ਪਹਿਲਾਂ ਜੂਠੇ ਤਾਂ ਲੱਭਣੇ ਪੈਣਗੇ ਹੈ ਕਿੱਥੇ। ਜਦੋਂ ਇਹ ਨਹੀਂ ਪਤਾ ਸੰਗਤ ਜੀ ਬਰਤਨ ਹੈ ਕਿੱਥੇ, ਉਹਨਾਂ ਨੂੰ ਮਾਂਜਾਂਗੇ ਕਿਵੇਂ। ਜਦੋਂ ਇਹ ਹੀ ਨਹੀਂ ਪਤਾ ਕਿ ਸਾਡਾ ਮਨ ਹੈ ਕਿੱਥੇ ਹੈ, ਮਨ ਕਹਿੰਦੇ ਕਿਹਨੂੰ ਨੇ, ਤਾਂ ਫਿਰ ਉਹਨੂੰ ਸਾਫ਼ ਕਿਵੇਂ ਕਰ ਲਿਆ, ਮਨ ਸਾਫ਼ ਕਿਵੇਂ ਹੋ ਗਿਆ। ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ
ਮਨ ਸੁੱਧ ਹੋ ਨਹੀਂ ਸਕਦਾ, ਨਾ ਹੀ ਮਨ ਦੀ ਕੋਈ ਪਹਿਚਾਣ ਹੈ। ਕਿਉਂਕਿ ਡਾਕਟਰਾਂ ਨੇ ਸਰੀਰ ਦੇ ਇਕੱਲੇ ਇਕੱਲੇ ਸੰਗਤ ਜੀ ਹਿੱਸੇ ਦਾ ਐਕਸਰਾ ਕਰ ਦਿੱਤਾ ਹੈ, ਇਕੱਲੇ ਇਕੱਲੇ ਸਰੀਰ ਦੇ ਪਾਰਟ ਦੇ ਉਹਨਾਂ ਨੂੰ ਗਿਆਨ ਹੈ, ਜਾਣਕਾਰੀ ਹੈ, ਕਿਹੜੀ ਨਾੜ ਕਿੱਧਰ ਜਾਂਦੀ ਹੈ। ਬੜੀਆਂ ਤਰੱਕੀਆਂ ਹੋ ਗਈਆਂ ਨੇ, ਸਾਰੇ ਸਰੀਰ ਦਾ ਆਪਰੇਸ਼ਨ ਕਰ ਦਿੰਦੇ ਨੇ। ਦਿਲ ਕਿੱਡਾ ਨਾਜ਼ੁਕ ਹੈ ਸਾਡੇ ਸਰੀਰ ਦੇ ਵਿੱਚ। ਇੱਕ ਇਹੀ ਚੀਜ਼ ਹੈ ਜੋ ਸੰਗਤ ਦੀ ਜੰਮਦਿਆਂ ਹੀ ਸਾਨੂੰ ਮਿਲੀ ਤੇ ਅਖੀਰਲੇ ਸਾਹ ਤੱਕ ਧੜਕਦੀ ਰਹਿੰਦੀ ਹੈ, ਕੰਮ ਕਰਦੀ ਰਹਿੰਦੀ। ਹਾਲਾਂਕਿ ਹੱਥ, ਪੈਰ, ਅੱਖਾਂ, ਕੰਨ, ਨੱਕ ਇਹ ਚੁੱਪ ਹੋ ਜਾਣਗੇ, ਰੁਕ ਜਾਂਦੇ ਨੇ, ਪਰ ਦਿਲ ਤਾਂ ਨਹੀਂ ਰੁਕਦਾ ਹੈ। ਤੇ ਇਹਦਾ ਵੀ ਦੇਖ ਲਓ ਸੰਗਤ ਜੀ, ਆਪਰੇਸ਼ਨ ਡਾਕਟਰ ਕਰ ਦਿੰਦੇ, ਦਿਲ ਬਦਲ ਵੀ ਦਿੰਦੇ ਨੇ। ਇੰਨੀ ਤਰੱਕੀ ਹੋ ਗਈ। ਪਰ ਉਹਨਾਂ ਨੂੰ ਪੁੱਛੀਏ ਜੀ ਤੁਸੀਂ ਦੱਸੋ, ਸਾਰਾ ਸਰੀਰ ਖੋਲ੍ਹਿਆ ਅੰਦਰੋਂ, ਤੁਸੀਂ ਇਕੱਲੀ ਇਕੱਲੀ ਨਾੜ ਦਾ ਤੁਹਾਨੂੰ ਪਤਾ ਹੈ, ਇਹ ਦੱਸੋ ਕਿ ਮਨ ਕਿੱਥੇ ਕੁ ਸੀ? ਸਰੀਰ ਦੇ ਕਿਸ ਹਿੱਸੇ ਨੂੰ ਮਨ ਆਖਦੇ ਨੇ? ਤਾਂ ਉਹਨਾਂ ਦੇ ਵੀ ਸੰਗਤ ਜੀ ਹੱਥ ਖੜੇ ਹੋਣਗੇ। ਜੀ ਮਨ ਸਰੀਰ ਦਾ ਤਾਂ, ਬੋਡੀ ਦਾ ਤਾਂ ਪਾਰਟ ਹੀ ਨਹੀਂ ਹੈ, ਸਰੀਰ ਦਾ ਤਾਂ ਹਿੱਸਾ ਹੀ ਨਹੀਂ ਹੈ ਜਿਸ ਨੂੰ ਅਸੀਂ ਮਨ ਕਹਿ ਸਕੀਏ। ਤਾਂ ਫਿਰ ਮਨ ਹੈ ਕੀ ਸੰਗਤ ਜੀ? ਇਹ ਖਿਆਲ ਹੈ ਨਾ, ਕਹਿ ਦਿੱਤਾ ਜੀ ਮਨ ਸਾਫ਼ ਚਾਹੀਦਾ। ਹੁਣ ਮਨ ਬਾਰੇ ਤਾਂ ਪਹਿਲਾਂ ਪਤਾ ਹੋਵੇ ਕਿ ਮਨ ਹੁੰਦਾ ਕੀ ਹੈ, ਤੇ ਸਾਫ਼ ਕਰਨ ਵਾਲੀ ਤਾਂ ਗੱਲ ਬਾਅਦ ਵਿੱਚ ਹੈ। ਜਦੋਂ ਪਹਿਲਾਂ ਪਤਾ ਹੀ ਨਹੀਂ ਕਿ ਹੈ ਕੀ, ਤੁਹਾਨੂੰ ਸਾਫ਼ ਕਿਵੇਂ ਕੀਤਾ? ਝੂਠ ਹੈ। ਤੋ ਗੁਰੂ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਆਪ ਦੱਸੋ ਮਨ ਕੀ ਹੈ? ਤਾਂ ਸਤਿਗੁਰੂ ਮਹਾਰਾਜ ਜੀ ਸੰਗਤ ਜੀ ਸਾਨੂੰ ਦੱਸਦੇ, ਇਹੋ ਮਨ ਕਰਮਾ, ਇਹੋ ਮਨ ਧਰਮਾ, ਇਹੋ ਮਨ ਪੰਚ ਤੱਤ ਤੇ ਜਨਮਾ। ਮਨ ਕੀ ਹੈ? ਸੌਖੇ ਜਿਹੇ ਸ਼ਬਦਾਂ 'ਚ ਲਈ, ਉੱਦਾਂ ਤਾਂ ਬੜੀ ਲੰਮੀ ਚੌੜੀ ਸੰਗਤ ਜੀ ਦੀ ਵਿਆਖਿਆ ਕੀਤੀ ਹੋਈ ਹੈ ਗ੍ਰੰਥਾਂ ਅੰਦਰ। ਬਸ ਇੰਨਾ ਕਹਿ ਕਿ ਜਿਹੜੇ ਸਾਡੇ ਅੰਦਰ ਸੰਕਲਪ ਔਰ ਵਿਕਲਪ ਉੱਠ ਰਹੇ ਨੇ, ਇਹਨਾਂ ਦੇ ਸਮੁਦਾਇ ਨੂੰ ਮਨ ਕਹਿ ਦਿੰਦੇ ਨੇ। ਇੱਕ ਸੋਚ, ਇੱਕ ਫੁਰਨੇ ਵਾਲੀ ਸ਼ਕਤੀ ਹੈ। ਸੰਕਲਪੋ ਵਿਕਲਪੋ ਹੀ ਮਨਾ। ਸੰਕਲਪ ਔਰ ਵਿਕਲਪ ਦੋ ਚੀਜ਼ਾਂ ਨੇ। ਸੰਕਲਪ ਕਹਿੰਦੇ ਹੈ ਜਿਹੜੀ ਸੰਗਤ ਜੀ ਆਪਣੇ ਆਪ ਹੀ ਕੋਈ ਨਾ ਕੋਈ ਕਲਪਨਾ ਉੱਠਦੀ ਰਹੇ। ਇੱਕ ਫੁਰਨਾ ਉੱਠ ਪਿਆ, ਜਿਉਂ ਚੱਲਿਆ ਹਟਿਆ ਹੀ ਨਾ, ਵਿੱਚੇ ਦੂਜਾ ਆਉਣ ਲੱਗ ਪਿਆ, ਵਿੱਚੇ ਤੀਜਾ ਫੁਰਨਾ ਆਉਣ ਲੱਗ ਪਿਆ। ਜਿਵੇਂ ਆਪਾਂ ਸੁੱਤੇ ਹੁੰਦੇ ਹਾਂ, ਸੁਪਨਾ ਚੱਲਦਾ, ਵਿੱਚ ਇੱਕ ਹੈ ਤੇ ਥੋੜ੍ਹੇ ਜਿਹੇ ਚਿਰ ਬਾਅਦ ਦੂਜਾ ਸ਼ੁਰੂ ਹੋ ਜਾਂਦਾ। ਇੱਦਾਂ ਸਾਰਾ ਦਿਨ ਖਿਆਲ ਚੱਲਦੇ ਰਹਿੰਦੇ ਨੇ, ਇਹਨੂੰ ਕਹਿੰਦੇ ਨੇ ਸੰਕਲਪ, ਆਪਣੇ ਆਪ ਹੀ ਚੱਲੀ ਜਾਂਦੇ। ਤੇ ਦੂਜਾ ਹੈ ਸਾਧ ਸੰਗਤ ਜੀ ਵਿਕਲਪ। ਵਿਕਲਪ ਕਹਿੰਦੇ ਹੈ ਵਿਸ਼ੇਸ਼ ਕਰਕੇ ਕਲਪਨਾ ਕਰਨੀ। ਆਪਣੇ ਅੰਦਰ ਕੋਈ ਚੀਜ਼ ਸੋਚ ਲੈਣੀ ਤੇ ਮੁੜ ਕੇ ਉਹਦੇ ਕਲਪਨਾ ਕਰੀ ਜਾਣੀ, ਫਿਰ ਮੈਂ ਇੱਦਾਂ ਕਰੂੰ, ਫਿਰ ਇੱਦਾਂ ਕਰੂੰ, ਫਿਰ ਆਹ ਕਰੂੰ, ਫਿਰ ਆਹ ਕਰੂੰ। ਚਾਹੇ ਕੋਈ ਕਾਰੋਬਾਰ ਹੈ ਬੰਦੇ ਦਾ, ਇਹ ਕਾਰੋਬਾਰ ਨੂੰ ਮੈਂ ਇੱਦਾਂ ਕਰਾਂਗਾ, ਅਜੇ ਵਿਕਲਪ ਜਿਹੜੀ ਕਲਪਨਾ ਹੀ ਅੰਦਰ ਕਰਨੀ। ਫਿਰ ਉਹ ਕਾਰੋਬਾਰ ਦੇ ਵਿੱਚ ਐਂ ਵਾਧਾ ਕਰਾਂਗਾ, ਫਿਰ ਉੱਥੇ ਆਹ ਕਰਾਂਗਾ, ਉੱਥੇ ਆਹ ਕਰਾਂਗਾ। ਐਂ ਬੰਦਾ ਜਿਵੇਂ ਸੋਚਦਾ ਨਾ, ਆਪ ਜਿਹੜੀ ਕਲਪਨਾ ਕਰਦਾ, ਇਹਨੂੰ ਵਿਕਲਪ ਕਹਿੰਦੇ। ਔਰ ਇਹਨਾਂ ਦੇ ਸਮੁੱਚੇ ਹੀ ਸਰੂਪ ਨੂੰ ਮਨ ਕਹਿ ਦਿੱਤਾ ਜਾਂਦਾ ਹੈ। ਔਰ ਇਹ ਜਿਹੜਾ ਮਨ ਹੈ ਸਾਧ ਸੰਗਤ ਜੀ, ਸੰਕਲਪ ਔਰ ਵਿਕਲਪ ਦਾ ਸਮੁਦਾਇ, ਇਹ ਖਿਆਲਾਂ ਦੇ ਵਿੱਚ ਹੀ ਹੈ, ਖਿਆਲ ਰੂਪ ਹੀ ਹੈ, ਇੱਦਾਂ ਆਪਾਂ ਸਮਝ ਲਈਏ। ਔਰ ਮਨ ਦਾ ਸਾਫ਼ ਕਰਨਾ ਕੀ ਹੈ? ਮਨ ਦਾ ਸਾਫ਼ ਕਰਨਾ ਇਹ ਹੈ ਕਿ ਜਿਹੜੇ ਆਪਣੇ ਖਿਆਲਾਤ ਹੈ, ਇਹ ਸੰਗਤ ਜੀ ਖਤਮ ਹੋ ਜਾਣੇ ਜਾਂ ਸ਼ੁੱਧ ਹੋ ਜਾਣੇ, ਪਵਿੱਤਰ ਹੋ ਜਾਣੇ। ਜਿਹੜੇ ਆਪਣੇ ਮਨ ਦੇ ਖਿਆਲ ਮੈਲੇ ਨੇ, ਇਹੀ ਮਨ ਨੂੰ ਮੈਲ ਲੱਗੀ ਹੋਈ ਹੈ। ਜੋ ਮਨ ਦੇ ਅੰਦਰ ਭੈੜੇ ਸੰਕਲਪ ਉੱਠ ਰਹੇ ਨੇ, ਮਾੜੇ ਫੁਰਨੇ ਉੱਠ ਰਹੇ ਨੇ, ਜਾਂ ਮਾੜੀਆਂ ਕਲਪਨਾ ਆਪਾਂ ਕਰਦੇ ਹਾਂ, ਇਹ ਮਨ ਦੀ ਮੈਲ ਹੈ। ਜੇ ਸਾਨੂੰ ਕੋਈ ਬੁਰਾ ਦਿਖਦਾ ਹੈ, ਕਿਸੇ ਦੀ ਬੁਰਿਆਈ ਪਹਿਲਾਂ ਸਾਡੇ ਸਾਹਮਣੇ ਆ ਜਾਂਦੀ ਹੈ, ਤਾਂ ਸਮਝ ਲਓ ਸਾਡੇ ਮਨ 'ਚ ਮੈਲ ਹੈ। ਆਪਣਾ ਮਨ ਦੁਰਾਸ ਪਇਓ ਪਰ ਅਵਗੁਣ ਦਰਸੰਤ। ਜਿਹਨਾਂ ਦਾ ਆਪਣਾ ਮਨ ਖੋਟਾ ਹੋਇਆ ਹੈ,
ਉਹਨਾਂ ਨੂੰ ਪਰਾਏ ਦੇ ਔਗਣ ਦਿਸਦੇ ਨੇ। ਤੋ ਇਸ ਤਰ੍ਹਾਂ ਜਿੰਨਾ ਚਿਰ ਸਾਡੇ ਮਨ ਦੇ ਅੰਦਰ ਰਾਗ ਹੈ, ਦਵੈਕ ਹੈ, ਮੋਹ ਪੈਦਾ ਹੋ ਰਿਹਾ, ਈਰਖਾ ਪੈਦਾ ਹੋ ਰਹੀ ਹੈ, ਅੰਦਰ ਸੜਨ ਲੱਗੀ ਹੋਈ ਹੈ, ਇਹ ਜਿੰਨੇ ਵੀ ਕਾਰਜ ਨੇ ਇਹ ਸਾਰੇ ਮਨ ਦੀ ਮੈਲ ਹਨ। ਔਰ ਇਹ ਮੈਲ ਹੋ ਗਈ ਹੈ, ਹੁਣ ਇਹ ਧੋਣੀ ਕਿਵੇਂ ਹੈ, ਇਹ ਗੁਰੂ ਸਾਹਿਬ ਜੀ ਸ਼ਬਦ ਵਿੱਚ ਦੱਸਣਗੇ। ਆਓ ਕੁਝ ਕੁ ਸਮਾਂ ਇਹ ਅੰਦਰ ਦੀ ਵੀ ਆਪਾਂ ਸੰਗਤ ਜੀ ਕੁਝ ਸੋਚ, ਕੁਝ ਖੋਜ ਕਰੀਏ। ਗੁਰੂ ਸਾਹਿਬ ਜੀ ਮਹਾਰਾਜ ਸਮਝਾ ਰਹੇ ਹਨ। ਜਨਮ ਜਨਮ ਕੀ ਇਸ ਮਨ ਕਾ ਮਲ ਲਾਗੀ। ਮਹਾਰਾਜ ਜੀ ਕਹਿੰਦੇ ਸਿੱਖੋ, ਇਸ ਭੁਲੇਖੇ 'ਚ ਨਾ ਪਾਓ ਕਿ ਸ਼ਾਇਦ ਹੁਣ ਹੀ ਮੇਰਾ ਮਨ ਮੈਲਾ ਹੋਇਆ ਹੈ। ਮਹਾਰਾਜ ਜੀ ਕਹਿੰਦੇ ਸਿੱਖੋ, ਜਨਮਾਂ ਜਨਮਾਂਤਰਾਂ ਦੀ ਇਹ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ। ਇੰਨੀ ਮੈਲ ਲੱਗੀ, ਕਿਤੇ ਪਾਪਾਂ ਦੀ ਲੱਗ ਗਈ, ਕਿਤੇ ਹਉਮੈ ਦੀ ਮੈਲ ਲੱਗ ਗਈ, ਕਿਤੇ ਈਰਖਾ ਦੀ ਮੈਲ ਲੱਗ ਗਈ। ਇਹ ਸਾਰੀ ਮੈਲ ਹੀ ਮੈਲ ਹੈ ਸਾਧ ਸੰਗਤ ਮਨ ਦੀ। ਲਾਲਚ ਅੰਦਰ ਲੱਗ ਜਾਣਾ, ਕਿਸੇ ਦਾ ਧਨ ਪਦਾਰਥ ਦੇਖਿਆ, ਇਹ ਵੀ ਮਨ ਦੀ ਮੈਲ ਹੈ। ਕਿਸੇ ਨੂੰ ਵੇਖ ਕੇ ਅੰਦਰ ਈਰਖਾ ਆਉਣ ਲੱਗ ਪਈ, ਇਹ ਸਮਝ ਲਓ ਆਪਣਾ ਮਨ ਮੈਲਾ ਹੈ। ਤੇ ਹੁਣ ਸੰਗਤ ਜੀ, ਮੈਲਾ ਮਨ ਜਿਵੇਂ ਅੱਖ ਦੇ ਵਿੱਚ ਅੱਖ ਦੀ ਝਿਮਣੀ ਟੁੱਟ ਕੇ ਪੈ ਜਾਵੇ ਤੇ ਅੱਖ ਸੰਗਤ ਜੀ ਦੁਖਣ ਲੱਗ ਪੈਂਦੀ ਹੈ। ਜਿੰਨਾ ਚਿਰ ਉਹ ਵਿੱਚੋਂ ਨਿਕਲੇ ਨਾ, ਓਨਾ ਚਿਰ ਅੰਦਰੋਂ ਅੱਖ ਸਾਫ਼ ਨਹੀਂ ਹੁੰਦੀ। ਕੋਈ ਨਿੱਕਾ ਜਿਹਾ ਰੇਤਾ ਦਾ ਕਣ ਵੀ ਨਿੱਕਾ ਜਿਹਾ ਪੈ ਜਾਵੇ ਨਾ ਅੱਖ ਵਿੱਚ, ਬਰੀਕ ਜਿਹਾ ਕੋਈ ਕਿਣਕਾ, ਤੇ ਅੱਖ ਉਹਨੂੰ ਸਹਾਰਦੀ ਨਹੀਂ ਹੈ। ਉਹ ਰੜਕਦਾ ਰਹਿੰਦਾ ਅੰਦਰ, ਨਾ ਨਿਕਲੇ ਅੱਖ ਸੰਗਤ ਜੀ ਐ ਲਾਲ ਹੋ ਜਾਂਦੀ ਹੈ, ਪਾਣੀ ਵਗਣ ਲੱਗ ਪੈਂਦਾ ਅੱਖ ਦੇ ਵਿੱਚੋਂ। ਕਈ ਵਾਰੀ ਜ਼ਖਮ ਬਣ ਜਾਂਦਾ ਹੈ ਅੰਦਰ ਅੱਖ ਦੇ ਵਿੱਚ। ਇਸ ਕਰਕੇ ਥੋੜ੍ਹਾ ਜਿੰਨਾ ਵੀ ਕਿਣਕਾ ਅੱਖ 'ਚ ਪੈ ਜਾਵੇ, ਉਸੇ ਵੇਲੇ ਉਹਨੂੰ ਬੰਦਾ ਕੱਢਣ ਦਾ ਯਤਨ ਕਰਦਾ। ਜਿੰਨਾ ਚਿਰ ਨਿਕਲਦਾ ਨਹੀਂ, ਓਨਾ ਚਿਰ ਅੰਦਰ ਰੜਕ ਪਈ ਜਾਂਦੀ। ਇੱਦਾਂ ਹੀ ਜਿੰਨਾ ਚਿਰ ਸਾਡੇ ਮਨ ਦੇ ਅੰਦਰ ਇਹ ਖਿਆਲ ਪੈ ਗਿਆ ਈਰਖਾ ਦਾ, ਲੋਭ ਦਾ, ਕਿਤੇ ਹੋਰ ਵਿਕਾਰਾਂ ਦਾ, ਇਹ ਸਮਝ ਲਓ ਸੰਗਤ ਜੀ ਅੰਦਰ ਮੈਲ ਪੈ ਗਈ। ਅਤੇ ਜਿੰਨਾ ਚਿਰ ਅੰਦਰ ਹੈ ਕਿਣਕਾ ਪੈ ਗਿਆ ਚਾਹੇ ਇਹਨਾਂ ਦਾ, ਇਹ ਨਹੀਂ ਕਿਤੇ ਬਹੁਤੇ ਜ਼ਿਆਦਾ ਆ ਕੇ ਪੈਣਗੇ। ਅੱਖ 'ਚ ਨਿੱਕਾ ਜਿਹਾ ਕਿਣਕਾ ਪੈਂਦਾ ਹੈ ਅਤੇ ਐਂ ਅੱਖ ਵੀ ਨਾਲ ਤੇ ਨਾਲ ਹੀ ਕਈ ਵਾਰੀ ਸਿਰ ਵੀ ਦਿਖਾਉਣ ਲਾ ਦਿੰਦਾ ਹੈ। ਜਿਹੜੀ ਅੱਖ ਸੰਗਤ ਜੀ ਵੱਡੇ ਵੱਡੇ ਪਹਾੜਾਂ ਨੂੰ, ਕਿੱਡਾ ਵੱਡਾ ਅਸਮਾਨ ਹੈ, ਨਿੱਕੀ ਜਿਹੀ ਅੱਖ ਉਹਨੂੰ ਦੇਖ ਲੈਂਦੀ ਹੈ ਨਾ, ਅੱਖ ਦੇ ਵਿੱਚ ਉਹਦੇ ਨਾਲੋਂ ਵੀ ਹਜ਼ਾਰਾਂ ਗੁਣਾ ਨਿੱਕਾ ਜਿਹਾ ਕਿਣਕਾ ਪੈ ਜਾਵੇ, ਇਹ ਅੱਖ ਸੰਗਤ ਜੀ ਫਿਰ ਦੇਖਣ ਜੋਗੀ ਨਹੀਂ ਰਹਿੰਦੀ, ਵਿਚਾਰੀ ਬੰਦ ਹੋ ਜਾਂਦੀ ਹੈ। ਕਈ ਵਾਰੀ ਤਾਂ ਡਾਕਟਰਾਂ ਕੋਲ ਵੀ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਮਨ, ਇਹਦੇ ਵਿੱਚ ਜੇ ਨਿੱਕਾ ਜਿਹਾ ਵੀ ਕਿਣਕਾ ਈਰਖਾ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ ਪੈ ਗਿਆ, ਕਾਮ ਦਾ ਕਿਣਕਾ ਪੈ ਗਿਆ, ਇਹ ਫਿਰ ਅੰਦਰ ਬੰਦੇ ਨੂੰ ਦੁਖੀ ਕਰਨ ਲੱਗ ਪੈਂਦਾ ਇਹ ਕਿਣਕਾ। ਅਤੇ ਜਿੰਨਾ ਚਿਰ ਨਿਕਲੇ ਨਾ, ਓਨਾ ਚਿਰ ਫਿਰ ਬੰਦਾ ਅੰਦਰੋਂ ਅੰਦਰੀ ਦੁਖੀ ਹੁੰਦਾ ਰਹਿੰਦਾ ਹੈ। ਇਹ ਸਾਰਾ ਆਪਣੇ ਖਿਆਲਾਂ ਦੀ ਖੇਡ ਹੈ, ਇਹ ਕੋਈ ਵੱਖਰੀ ਚੀਜ਼ ਨਹੀਂ ਹੈ। ਅੰਦਰ ਖਿਆਲ ਮਾੜਾ ਆ ਗਿਆ, ਹੁਣ ਮੰਨ ਲਈਏ ਸੰਗਤ ਜੀ, ਕਈ ਵਾਰੀ ਮਾੜਾ ਵੀ ਨਾ, ਮਾੜੇ ਖਿਆਲ ਨੇ ਤਾਂ ਚਲੋ ਦੁੱਖ ਦੇਣਾ ਹੀ ਦੇਣਾ। ਕਈ ਵਾਰੀ ਚੰਗਾ ਖਿਆਲ ਵੀ ਬੜਾ ਦੁੱਖ ਦਿੰਦਾ। ਚੰਗਾ ਖਿਆਲ ਆ ਗਿਆ ਕਿ ਮੈਂ ਅੱਜ ਆਹ ਕੰਮ ਕਰਨਾ ਹੈ, ਉਹਦੇ ਫਿਰ ਸੰਗਤ ਜੀ ਬੰਦਾ ਵਿਕਲਪ ਬਣਾਉਂਦਾ। ਵਿਕਲਪ ਬਣਾ ਕੇ, ਕਲਪਨਾ ਕਰਕੇ ਫਿਰ ਮੈਂ ਆ ਕਰਾਂਗਾ, ਪਰੰਤੂ ਹੁੰਦਾ ਕੁਝ ਨਹੀਂ, ਜਿਹਦੇ ਕਰਕੇ ਬੰਦਾ ਆਪਣੇ ਖਿਆਲਾਂ ਦੇ ਵਿੱਚ ਉਲਝਿਆ ਹੋਇਆ ਦੁਬਾਰਾ ਵਿਚਾਰਾ ਦੁਖੀ ਹੋ ਜਾਂਦਾ ਹੈ। ਇਹਦਾ ਮਨ ਦੀਆਂ ਅਨੰਤ ਲਹਿਰਾਂ ਅੰਦਰ ਉੱਠਦੀਆਂ ਰਹਿੰਦੀਆਂ ਨੇ। ਸਰੋ ਵਿਚਾਰ ਸਤਿਗੁਰੂ ਮਹਾਰਾਜ ਜੀ ਇੱਥੇ ਦੱਸ ਰਹੇ ਨੇ ਕਿ ਹੇ ਸਿੱਖੋ, ਇਹ ਚੇਤੇ ਰੱਖੋ, ਇਹ ਜੋ ਵਿਕਾਰਾਂ ਦੀ ਅੰਦਰ ਮੈਲ ਹੈ, ਇਹ ਇਸ ਜਨਮ ਦੀ ਨਹੀਂ ਹੈ। ਇਹ ਤਾਂ ਜਨਮਾਂ ਜਨਮਾਂਤਰਾਂ ਦੀ ਇਹ ਸਾਡੇ ਮਨ ਨੂੰ ਮੈਲ ਲੱਗੀ ਹੋਈ, ਇਕੱਠੀ ਹੋਈ ਪਈ ਹੈ। ਕਾਲਾ ਹੋਆ ਸਿਆਹ। ਤੇ ਹੁਣ ਮੈਲ ਕੀ ਕਰਦੀ ਹੈ ਸੰਗਤ ਜੀ? ਮੈਲ ਕੱਪੜੇ ਨੂੰ ਕਾਲਾ ਕਰ, ਜਿੰਨਾ ਮਰਜ਼ੀ ਚਿੱਟਾ ਕੱਪੜਾ ਹੋਵੇ, ਉਹਨੂੰ ਮੈਲ ਲੱਗਣ ਲੱਗ ਜਾਵੇ, ਕੱਪੜਾ ਕਾਲਾ ਹੋ ਜਾਂਦਾ ਹੈ। ਕਈ ਵਾਰੀ ਇੰਨੀ ਮੈਲ ਗੂੜੀ ਹੋ ਜਾਂਦੀ, ਤੰਦ ਮੈਲ ਪੈ ਜਾਂਦੀ ਕੱਪੜੇ ਦੇ ਵਿੱਚ, ਉਹ ਫਿਰ ਛੱਡਦੀ ਨਹੀਂ ਹੈ। ਤੰਦ ਮੈਲ ਪਈ ਹੋਈ, ਤੰਦਾਂ ਦੇ ਵਿੱਚ ਮੈਲ ਪੈ ਗਈ, ਉਹ ਫਿਰ ਕੱਪੜਾ ਹੀ ਸੰਗਤ ਜੀ ਪਾੜ ਜਾਂਦਾ ਹੈ।
ਸੋ ਇਦਾਂ ਇਹ ਮੈਲ ਕੱਪੜੇ ਨੂੰ ਕਾਲਾ ਕਰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨ ਨੂੰ ਇੰਨੀ ਮੈਲ ਲੱਗ ਗਈ ਕਿ ਮਨ ਦਾ ਸਰੂਪ ਮਾਨੋ ਕਾਲਾ ਸ਼ਿਆ ਹੀ ਹੋ ਗਿਆ ਹੈ। ਖੰਨਲੀ ਧੋਤੀ ਉਜਲੀ ਨਾ ਹੋਵਈ। ਹੁਣ ਦੱਸਦੇ ਇੱਕ ਉਦਾਹਰਨ ਦੇ ਕੇ, ਦ੍ਰਿਸ਼ਟਾਂਤ ਦੇ ਕੇ। ਸਤਿਗੁਰੂ ਜੀ ਕਹਿੰਦੇ ਜਿਵੇਂ ਸਿੱਖੋ ਖੰਨਲੀ ਕਹਿੰਦੇ ਸਾਧ ਸੰਗਤ ਕੋਹਲੂ ਦੀ ਲੀਰ, ਜੋ ਤੇਲੀ ਲੋਕ ਕੋਹਲੂ ਦੇ ਵਿੱਚ ਉਹਨੂੰ ਸਾਫ਼ ਕਰਨ ਵਾਸਤੇ ਕੁਝ ਲੀਰਾਂ ਵਰਤਦੇ ਹੈ। ਉਹ ਚਾਹੇ ਜਿੰਨੀ ਮਰਜ਼ੀ ਸੰਗਤ ਜੀ ਵਧੀਆ ਤੋਂ ਵਧੀਆ ਤੇ ਐਂ ਦੁੱਧ ਰੰਗੇ ਚਿੱਟੇ ਕੱਪੜੇ ਦੀ ਹੋਵੇ ਲੀਰ, ਪੂਰਾ ਐਂ ਚਿੱਟਾ ਹੋਵੇ ਕੱਪੜਾ ਦੁੱਧ ਵਰਗਾ, ਉਸ ਕੱਪੜੇ ਦੇ ਨਾਲ ਜੇਕਰ ਉਹ ਕੋਹਲੂ ਦੇ ਤੇਲ ਨੂੰ ਸਾਫ਼ ਕਰਨ ਲੱਗ ਪੈਣ, ਖਲ ਸਾਫ਼ ਕਰਨ, ਤੇ ਉਹ ਕੱਪੜਾ ਉਸੇ ਸਮੇਂ ਮੈਲਾ ਹੋ ਜਾਂਦਾ, ਥੰਧਿਆਈ ਵਾਲੀ ਉਹਦੇ ਵਿੱਚ ਮੈਲ ਪੈ ਜਾਂਦੀ ਹੈ। ਪਰ ਕਹਿੰਦੇ ਜੇਕਰ ਉਹਨੂੰ ਧੋਤੀ ਖੰਦਰੀ ਜਿਹੜੀ ਹੈ ਨਾ ਕੋਹਲੂ ਦੀ ਲੀਰ, ਉਹ ਧੋਤੀ ਜਾਵੇ ਤਾਂ ਮਰ ਕਹਿੰਦੇ ਉਜਲੀ ਨਾ ਹੋਵੇ। ਉਹ ਫਿਰ ਉਜਲੀ ਸਾਫ਼ ਨਹੀਂ ਹੁੰਦੀ, ਪਹਿਲਾਂ ਵਰਗੀ ਚਿੱਟੀ ਨਹੀਂ ਹੁੰਦੀ। ਜੇ ਸੋ ਧੋਵਨ ਪਾਹੋ। ਇੱਕ ਦੋ ਛੱਡ ਕੇ ਜੇਕਰ ਉਹਨੂੰ 100 ਵਾਰੀ ਧੋਣ ਪਾ ਦੇਈਏ, ਭਾਵ ਸੈਂਕੜੇ ਵਾਰੀ ਵੀ ਕੋਹਲੂ ਦੀ ਲੀਰ ਨੂੰ ਧੋ ਦਈਏ, ਤੇ ਜਿਹੋ ਜਿਹੀ ਉਹ ਪਹਿਲਾਂ ਸੀ ਸਫੈਦ ਐ ਚਿੱਟੀ, ਉੱਦਾਂ ਦੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਡੇ ਮਨ ਦੀ ਮਾਰਗ ਕਹਿੰਦੇ ਹਾਲਤ ਹੈ। ਇਹਦੇ ਵਿੱਚ ਜਿਹੜੀ ਸਾਡੀ ਬੁੱਧ ਹੈ ਇਹ ਮਾਨੋ ਖੰਦਰੀ ਦੇ ਵਾਂਗ ਹੈ, ਕੋਹਲੂ ਦੀ ਲੀਰ ਦੇ ਵਾਂਗ ਹੈ, ਜਿਹਦੇ ਵਿੱਚ ਆਪਣੇ ਪਰਿਵਾਰ ਦੇ ਸੰਸਾਰ ਦੇ ਪਦਾਰਥਾਂ ਦਾ ਜੋ ਮੋਹ ਹੈ, ਇਹ ਮਾਨੋ ਥੰਧਿਆਈ ਵਾਲੀ ਮੈਲ ਲੱਗੀ ਹੋਈ ਇਸ ਨੂੰ, ਤੇ ਥੰਧਿਆਈ ਵਾਲੀ ਮੈਲ ਕਰਕੇ ਇਹ ਮਨ ਸਾਡਾ ਮੈਲਾ ਹੋ ਗਿਆ ਹੈ, ਕਾਲਾ ਸ਼ਾਹ ਹੋ ਗਿਆ ਹੈ। ਤਾਂ ਮਹਾਰਾਜ ਕਹਿੰਦੇ ਜੇਕਰ ਹੁਣ ਇਹਨੂੰ ਧੋਣ ਦਾ ਯਤਨ ਕਰੀਏ, ਕਈ ਦਾਨ ਪੁੰਨ ਕਰਦੇ ਹੈ, ਕਰਮ ਕਾਂਡ ਕਰਦੇ ਦਿਖਾਵੇ ਮਾਤਰ, ਉਹਨਾਂ ਦੇ ਧੋਣ ਨਾਲ ਇਹ ਸਾਡੇ ਮਨ ਦੀ ਮੈਲ ਨਹੀਂ ਲੱਥਦੀ ਹੈ। ਜੇਕਰ ਇੱਕ ਨਹੀਂ ਦੋ ਨਹੀਂ, ਚਾਹੇ ਇਹੋ ਜਿਹੇ ਮਹਾਰਾਜ ਕਹਿੰਦੇ ਦਿਖਾਵੇ ਵਾਲੇ ਬੰਦਾ ਸੈਂਕੜੇ ਕਰਮ ਕਰ ਲਵੇ, ਤਾਂ ਵੀ ਜਿਹੜਾ ਸਾਡਾ ਮਨ ਹੈ ਉਹ ਪਵਿੱਤਰ ਨਹੀਂ ਹੁੰਦਾ। ਹਾਂ ਕਈ ਦਫਾ ਸਾਧ ਸੰਗਤ ਜੀ ਕੀ ਹੁੰਦਾ ਹੈ, ਬਾਹਰੋਂ ਸਰੀਰ ਨੂੰ ਕਸ਼ਟ ਦੇਣ ਦੇ ਨਾਲ ਸਾਡਾ ਮਨ ਕੁਝ ਕੁ ਸਮਾਂ ਅੰਦਰ ਦੱਬ ਕੇ ਬਹਿ ਜਾਂਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਅੰਦਰੋਂ ਸਾਫ਼ ਹੋ ਗਿਆ। ਜਿਵੇਂ ਵਰਮੀ ਦੇ ਵਿੱਚ ਸੱਪ ਹੁੰਦਾ, ਸੱਪ ਨੇ ਸਰੀ ਬਾਹਰ ਕੱਢੀ ਹੋਵੇ, ਜਿਵੇਂ ਹੁਣ ਸਿਆਲਾਂ ਦੇ ਦਿਨ ਹੈ, ਇਹ ਧੁੱਪੇ ਨਿਕਲਦੇ ਕਈ ਸੱਪ ਬਾਹਰ ਵਰਮੀ ਦੇ ਵਿੱਚੋਂ, ਸੱਪ ਬਾਹਰ ਨਿਕਲਿਆ ਹੋਵੇ ਤੇ ਕੋਈ ਬੰਦਾ ਸੰਗਤ ਜੀ ਡਾਂਗ ਲੈ ਕੇ ਆਵੇ ਤੇ ਉਹਨੂੰ ਵੇਖਦਿਆਂ ਸਾਰੀ ਸੱਪ ਵਰਮੀ ਦੇ ਵਿੱਚ ਹੀ ਵੜ ਜਾਂਦਾ, ਤੇ ਬੰਦਾ ਆਖੇ ਕਿ ਚਲੋ ਹੁਣ ਸੱਪ ਤਾਂ ਖਤਮ ਹੋ ਗਿਆ। ਖਤਮ ਥੋੜ੍ਹੀ ਹੋਇਆ ਇਹ ਸੱਪ, ਉਹ ਤਾਂ ਅੰਦਰ ਬਹਿ ਗਿਆ ਸੰਗਤ ਜੀ, ਕੁਝ ਸਮੇਂ ਬਾਹਰ ਨਹੀਂ ਦਿਸ ਰਿਹਾ। ਹੁਣ ਹੈ ਤਾਂ ਅੰਦਰ ਹੀ ਹੈ ਨਾ, ਬਸ ਜਿਵੇਂ ਬਾਹਰੋਂ ਮਾਹੌਲ ਥੋੜ੍ਹਾ ਜਿਹਾ ਸਾਫ਼ ਹੋਇਆ, ਬੰਦੇ ਚਲੇ ਗਏ, ਸੱਪ ਨੇ ਦੁਬਾਰਾ ਵਿੱਚੋਂ ਬਾਹਰ ਨਿਕਲ ਆਉਣਾ। ਮਹਾਰਾਜ ਨੇ ਬਾਣੀ 'ਚ ਦ੍ਰਿਸ਼ਟਾਂਤ ਦਿੱਤਾ, ਵਰਮੀ ਮਾਰੀ ਸਾਪ ਨਾ ਮੂਹਾ। ਬਾਹਰੋਂ ਵਰਮੀ ਨੂੰ ਡਾਂਗਾ ਮਾਰਨ ਦੇ ਨਾਲ ਜਿਹੜਾ ਵਿੱਚ ਸੱਪ ਹੈ ਉਹ ਨਹੀਂ ਕਦਾ ਵੀ ਮਰਦਾ ਹੁੰਦਾ, ਉਹ ਤਾਂ ਗਾਂਹ ਕੀ ਪਤਾ ਕਿਹੜੀ ਖੁੱਡ ਦੇ ਵਿੱਚ ਅੱਗੇ ਤੋਂ ਅੱਗੇ ਲੰਘ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ, ਬਾਹਰੋਂ ਸਰੀਰ ਨੂੰ ਜੇਕਰ ਦੁੱਖ ਦਿੱਤੇ ਜਾਣ, ਕਸ਼ਟ ਕੀਤਾ ਜਾਵੇ, ਮਹਾਰਾਜ ਕਹਿੰਦੇ ਬਾਹਰੋਂ ਸਰੀਰ ਦੇ ਕਸ਼ਟ ਦੇਣ ਦੇ ਨਾਲ ਮਨ ਮਰਦਾ ਨਹੀਂ ਹੈ, ਇਹ ਕੁਝ ਕੁ ਸਮਾਂ ਅੰਦਰ ਦੱਬਿਆ ਜਾਂਦਾ ਹੈ। ਬਸ ਦੇਖਦਾ ਕਿ ਜਦੋਂ ਹੀ ਇਹਦੀ ਸਾਧਨਾ ਖਤਮ ਹੋਈ, ਉਸੇ ਸਮੇਂ ਸੰਗਤ ਜੀ ਮਨ ਬਾਹਰ ਆ ਜਾਂਦਾ। ਆਪਣੇ ਨਾਲ ਵੀ ਇਹ ਘਟਨਾ ਵਾਪਰਦੀ ਹੈ। ਜਿੰਨਾ ਚਿਰ ਆਪਾਂ ਸੰਗਤ ਦੇ ਵਿੱਚ ਬੈਠਦੇ ਹਾਂ, ਉਹਨਾਂ ਚਿਰ ਕਈ ਵਾਰੀ ਮਨ ਬੜਾ ਟਿਕਾ ਦੇ ਵਿੱਚ ਆ ਜਾਂਦਾ ਹੈ, ਪਰ ਜਿਵੇਂ ਬਾਹਰ ਜਾਂਦੇ ਹੈ ਉਸੇ ਸਮੇਂ ਦੁਬਾਰਾ ਉਹੀ ਹਾਲਤ ਹੋ ਜਾਂਦੀ ਹੈ। ਇਹ ਸਾਡੇ ਮਨ ਦੀ ਹਾਲਤ, ਮਨ ਦਾ ਸਰੂਪ ਹੈ। ਜਿੰਨਾ ਚਿਰ ਬੈਠੇ ਅੰਦਰ ਗੁਰੂ ਕੀ ਬਾਣੀ ਦੀ ਵਿਚਾਰ ਸੁਣਦੇ ਪਏ ਹੈ, ਦੱਬਿਆ ਹੈ, ਤੇ ਆਪਣੇ ਆਪ ਕਈ ਵਾਰੀ ਸੰਗਤ ਜੀ ਜਦੋਂ ਉਹੋ ਜਿਹੀ ਗਹਿਰੀ ਵਿਚਾਰ ਚੱਲੇ, ਕਈ ਦਫਾ ਬੰਦਾ ਵਿਰਾਗ ਵਿੱਚ ਵੀ ਆ ਜਾਂਦਾ ਹੈ। ਜਗਿਆਸੂ ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਹੋਵੇ, ਗੁਰਬਾਣੀ ਦਾ ਕੀਰਤਨ ਚੱਲਦਾ ਹੋਵੇ, ਕਈ ਦਫਾ ਆਪਣੇ ਦੇਖਿਆ ਹੋਣਾ ਸੰਗਤਾਂ ਵਿੱਚੋਂ ਕਈ ਮਾਈ ਭਾਈ ਅੱਖਾਂ ਭਰ ਆਉਂਦੇ ਨੇ ਗੁਰੂ ਕੀ ਬਾਣੀ ਦਾ ਸ਼ਬਦ ਸੁਣਦਿਆਂ ਸੁਣਦਿਆਂ।
ਉਹਦਾ ਕਾਰਨ ਕੀ ਹੈ ਕਿ ਆਪਣੇ ਜਿਹੜੇ ਗੁਨਾਹ ਨੇ ਉਹ ਚੇਤੇ ਆਉਣ ਲੱਗ ਪੈਂਦੇ ਕਈ ਦਫਾ। ਤੇ ਉੱਥੇ ਆਪਾਂ ਇਹ ਨਹੀਂ ਭਾਵ ਲਾ ਸਕਦੇ ਕਿ ਇਹ ਹੁਣ ਤਾਂ ਸਮਝ ਲਓ ਕਿ ਇਹਨਾਂ ਦਾ ਮਨ ਸਾਫ਼ ਹੋ ਗਿਆ, ਮਨ ਇਹਨਾਂ ਦਾ ਦੱਬਿਆ ਗਿਆ ਹੈ। ਨਹੀਂ, ਉਹ ਮਨ ਕੁਝ ਕੁ ਸਮਾਂ ਅੰਦਰ ਬਹਿ ਗਿਆ, ਲੁਕ ਗਏ। ਜਿਉਂ ਹੀ ਕੀਰਤਨ ਦੀ ਸਮਾਪਤੀ ਹੋਈ, ਕਥਾ ਵਾਰਤਾ ਦੀ ਸਮਾਪਤੀ ਹੋਈ, ਸੰਗਤ ਵਿੱਚੋਂ ਆਪਾਂ ਉੱਠ ਕੇ ਤੁਰੇ, ਬਸ ਉਸੇ ਸਮੇਂ ਮਨ ਨੇ ਦੁਬਾਰਾ ਸੰਗਤ ਜੀ ਉਜਾਗਰ ਹੋ ਜਾਣਾ, ਪ੍ਰਗਟ ਹੋ ਜਾਂਦਾ ਬਾਹਰ, ਦੁਬਾਰਾ ਫਿਰ ਉਹੀ ਕੰਮਾਂ 'ਚ ਲਾ ਦਿੰਦਾ ਬੰਦੇ ਨੂੰ। ਇੱਦਾਂ ਇਹ ਕਹਾਣੀ ਚੱਲਦੀ ਹੈ। ਤੋ ਜਿੰਨਾ ਚਿਰ ਤੱਕ ਸਾਧ ਸੰਗਤ ਜੀ ਇਹ ਮਨ ਨੂੰ ਅੰਦਰੋਂ ਸ਼ੁੱਧ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਨਹੀਂ ਇਹ ਛੱਡਦਾ ਹੈ। ਤੋ ਮਹਾਰਾਜ ਜੀ ਇੱਥੇ ਉਦਾਹਰਨ ਦੇ ਕੇ ਦੱਸ ਰਹੇ ਕਿ ਇੱਕ ਦੋ ਵਾਰੀ ਨਹੀਂ, ਕੋਈ ਸੈਂਕੜੇ ਵਾਰੀ ਵੀ ਕੋਹਲੂ ਦੀ ਲੀਰ ਨੂੰ ਧੋ ਪਾ ਦਵੇ ਤੇ ਉਹ ਧੋਤੀ ਹੋਈ ਸਾਫ਼ ਨਹੀਂ ਹੁੰਦੀ ਪਹਿਲਾਂ ਵਰਗੀ। ਇੱਦਾਂ ਹੀ ਜੇ ਕੋਈ ਬਾਹਰੋਂ ਕਰਮ ਕਰੀ ਜਾਵੇ, ਆਪਣੇ ਸਰੀਰ ਉੱਤੇ ਕਸ਼ਟ ਝੱਲੀ ਜਾਵੇ, ਆਪਣੀ ਬੋਡੀ ਨੂੰ ਸੰਗਤ ਜੀ ਦੁੱਖ ਦੇਈ ਜਾਵੇ, ਮਹਾਰਾਜ ਕਹਿੰਦੇ ਇਹਦੇ ਨਾਲ ਅੰਦਰ ਬੈਠਾ ਹੋਇਆ ਮਨ ਸਾਫ਼ ਨਹੀਂ ਹੁੰਦਾ ਹੈ। ਚਾਹੇ ਇੱਕ ਦੋ ਨਹੀਂ, ਸੈਂਕੜੇ ਵਾਰ ਇਹੋ ਜਿਹਾ ਕੋਈ ਕੰਮ ਕਰ ਲਵੇ। ਗੁਰ ਪ੍ਰਸਾਦੀ ਜੀਵਤ ਮਰੈ। ਮਹਾਰਾਜ ਫਿਰ ਵੀ ਜਿਹੜੀ ਕੋਹਲੂ ਦੀ ਲੀਰ ਹੈ ਉਹਨੂੰ ਗਰਮ ਪਾਣੀ ਵਿੱਚ ਪਾ ਕੇ ਸਾਬਣ ਲਾ ਕੇ ਧੋਤਾ ਜਾਵੇ ਤਾਂ ਕੁਝ ਕੁ ਤਾਂ ਸਾਫ਼ ਹੋ ਹੀ ਜਾਂਦੀ ਹੈ। ਤੇ ਫਿਰ ਇਹ ਦੱਸੋ ਕਿ ਮਨ ਕਿਵੇਂ ਸਾਫ਼ ਹੋਵੇ, ਇਹ ਕਿਵੇਂ ਪਵਿੱਤਰ ਹੋ ਸਕਦਾ ਹੈ? ਤਾਂ ਮਹਾਰਾਜ ਜੀ ਉੱਤਰ ਦਿੰਦੇ, ਗੁਰ ਪ੍ਰਸਾਦੀ। ਇਹ ਸਿੱਖੋ, ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਾਰੀ ਕਲਾ ਵਰਤਦੀ ਹੈ। ਜਦੋਂ ਗੁਰੂ ਦੀ ਕਿਰਪਾ ਹੋਵੇ ਤੇ ਮਨੁੱਖ ਜੀਵਤ ਭਾਵ ਵੱਲੋਂ ਮਰ ਜਾਵੇ। ਜੀਵਤ ਭਾਵ ਕਿ ਮੈਂ ਅੰਦਰ ਜਿਹੜਾ ਅਹੰਕਾਰ ਹੈ, ਇੰਨੇ ਹੀ ਸਾਰੀਆਂ ਮੈਲਾਂ ਨੂੰ ਪਕੜ ਕੇ ਰੱਖਿਆ ਹੋਇਆ ਅੰਦਰੋਂ। ਜਿੰਨਾ ਚਿਰ ਅਹੰਕਾਰ ਹੈ ਉਹਨਾਂ ਚਿਰ ਹੀ ਬਾਕੀ ਦੀਆਂ ਸਾਰੀਆਂ ਮੈਲਾਂ ਚੁੰਬੜੀਆਂ ਹੋਈਆਂ ਨਾਲ ਹੀ। ਜਿਵੇਂ ਆਪਾਂ ਦੇਖਦੇ ਨੇ ਸੰਗਤ ਦੀ ਚੁੰਬਕ ਹੁੰਦੀ ਹੈ ਤੇ ਲੋਹੇ ਦੇ ਨਿੱਕੇ ਨਿੱਕੇ ਕਣ ਕਿੰਨੀ ਕਿੰਨੀ ਦੂਰ ਪਏ ਹੋਣ, ਚੁੰਬਕ ਲਾਗੇ ਕਰੀ ਜਾਈਏ, ਸਾਰੇ ਕਣ ਨਾਲ ਨਾਲ ਜੁੜਦੇ ਜਾਂਦੇ ਹੈ। ਤੇ ਹੁਣ ਜੇ ਲੋਹੇ ਦੇ ਨਿੱਕੇ ਨਿੱਕੇ ਕਾਂਟੇ ਕਣ ਵੱਖਰੇ ਕਰਨੇ ਹੋਣ ਤਾਂ ਫਿਰ ਚੁੰਬਕ ਨੂੰ ਪਾਸੇ ਕਰਨਾ ਪੈਂਦਾ ਹੈ। ਉਹ ਪਾਸੇ ਕੀਤੀ ਜਾਵੇ ਤੇ ਜਿੰਨੇ ਵੀ ਉਹ ਨਿੱਕੇ ਨਿੱਕੇ ਲੋਹੇ ਦੇ ਕਣ ਸਨ ਉਹ ਵੱਖਰੇ ਹੋ ਜਾਂਦੇ ਨੇ। ਜੇ ਚੁੰਬਕ ਨੇੜੇ ਆ ਗਈ ਦੁਬਾਰਾ ਫਿਰ ਨਾਲ ਉਹਨਾਂ ਜੁੜ ਜਾਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨ ਦੀ ਹਾਲਤ, ਜੇ ਤਾਂ ਅੰਦਰ ਅਹੰਕਾਰ ਹੈ ਨਾ ਬੰਦੇ ਦੇ, ਤਾਂ ਜਿੰਨੀਆਂ ਵੀ ਮੈਲਾਂ ਨੇ ਕਾਮ ਕ੍ਰੋਧ ਲੋਭ ਮੋਹ ਦੀ, ਈਰਖਾ ਦੀ, ਤ੍ਰਿਸ਼ਨਾ ਦੀ, ਆਸਾ ਦੀ, ਇਹ ਸਾਰੇ ਲੋਹੇ ਦੇ ਕਣ ਵਾਂਗ ਅਹੰਕਾਰ ਦੇ ਨਾਲ ਹੀ ਚੁੰਬੜੇ ਹੋਏ ਨੇ। ਤੇ ਜਿਵੇਂ ਹੀ ਕਹਿੰਦੇ ਗੁਰੂ ਦੀ ਕਿਰਪਾ ਪ੍ਰਾਪਤ ਹੋਈ ਤੇ ਅਹੰਕਾਰ ਅੰਦਰੋਂ ਦੂਰ ਹੋ ਗਿਆ, ਬੰਦਾ ਜੀਵਤ ਭਾਵ ਵੱਲੋਂ ਮਰ ਗਿਆ। ਉਲਟੀ ਹੋਵੇ ਮਤ ਬਦਲਾਹੋ। ਮਹਾਰਾਜ ਜੀ ਕਹਿੰਦੇ ਫਿਰ ਭਾਈ ਇਹ ਮਤ ਸਾਡੀ ਬੁੱਧ ਮਨਮੁਖਾਂ ਦੀ ਕੁਸੰਗਤ ਵੱਲੋਂ ਉਲਟੀ ਹੋਵੇ, ਉਲਟੀ ਹੋ ਜਾਂਦੀ ਹੈ ਤੇ ਸਤ ਸੰਗਤ ਵਾਲੇ ਪਾਸੇ ਬਦਲ ਜਾਂਦੀ ਹੈ। ਭਾਵ ਸੰਸਾਰ ਵਾਲੇ ਪਾਸੇ ਤੋਂ ਬਦਲ ਕੇ ਉਲਟ ਕੇ ਤੇ ਫਿਰ ਸਤ ਸੰਗਤ ਵਾਲੇ ਪਾਸੇ ਲੱਗ ਜਾਂਦੀ। ਹੁਣ ਜਿਵੇਂ ਸਾਧ ਸੰਗਤ ਜੀ ਆਪਾਂ ਮੰਨ ਲਈਏ, ਜੋ ਗਾਉਣੇ, ਨਾਟਕ, ਫਿਲਮਾਂ ਆਦਿਕ ਚੱਲਦੀਆਂ, ਬੰਦਾ ਇਹਨਾਂ ਨੂੰ ਦੇਖਣ ਵਿੱਚ ਪਰਚਦਾ ਹੈ ਤੇ ਫਿਰ ਜਿਵੇਂ ਹੀ ਮੱਤ ਬਦਲੀ ਫਿਰ ਬੰਦਾ ਸੰਗਤ ਜੀ ਧਾਰਮਿਕ ਜੋ ਚੀਜ਼ਾਂ ਨੇ, ਗੁਰੂ ਕੀ ਬਾਣੀ ਹੈ, ਕਥਾ ਕੀਰਤਨ ਹੈ, ਗੁਰੂ ਘਰ ਦੀ ਸੇਵਾ ਹੈ, ਇਹ ਕਰਨ ਲੱਗ ਜਾਵੇਗਾ। ਬੰਦਾ ਤਾਂ ਉਹੀ ਹੁੰਦਾ ਹੈ, ਪਰ ਕੀ ਹੈ ਕਿ ਅੰਦਰੋਂ ਮੱਤ ਬਦਲ ਗਈ, ਬੁੱਧ ਬਦਲੀ, ਸਿੱਧ ਪਾਈ। ਬਸ ਜਿਵੇਂ ਅੰਦਰੋਂ ਸੰਗਤ ਜੀ ਬੁੱਧ ਸਾਡੀ ਬਦਲੀ, ਤਦੋਂ ਹੀ ਫਿਰ ਸਿੱਧੀ ਪਾ ਲਈਦੀ ਹੈ। ਮੱਤ ਹੀ ਸੰਗਤ ਦੀ ਅੰਦਰੋਂ ਬਦਲਾਉਣੀ ਪੈਂਦੀ। ਤੇ ਮਹਾਰਾਜ ਕਹਿੰਦੇ ਹੈ ਕਿ ਜਦੋਂ ਗੁਰੂ ਦੀ ਕਿਰਪਾ ਵਰਤੇ ਤੇ ਬੰਦਾ ਆਪਣੀ ਮੈਂ ਨੂੰ ਪਾਸੇ ਛੱਡ ਦੇਵੇ, ਉਸ ਸਮੇਂ ਜਿਹੜੀ ਉਲਟ ਹੋਈ ਪਈ ਸੀ ਨਾ ਮੱਤ ਸਾਡੀ ਵਿਕਾਰਾਂ ਵਾਲੇ ਪਾਸੇ, ਇਹ ਫਿਰ ਬਦਲਾ ਲੈਣਾ ਕਰੋ, ਉਦੋਂ ਬਦਲ ਲਈਦੀ ਹੈ ਮੱਤ। ਭਾਵ ਚੰਗੀ ਬਣ ਜਾਂਦੀ ਹੈ। ਜਿਸ ਮੱਤ ਨੂੰ ਮਹਾਰਾਜ ਨੇ ਕਿਹਾ ਊਤਮ ਮੱਤ ਮੇਰਾ ਹਿਰਦੈ ਤੂੰ ਆਓ, ਤੇ ਇਹ ਉੱਤਮ ਮੱਤ ਮਹਾਰਾਜ ਨੇ ਸੰਗਤ ਜੀ ਮੰਗੀ ਹੋਈ ਹੈ ਕਿ ਇਹ ਸ਼੍ਰੇਸ਼ਟ ਮੱਤ ਆਤਮ ਵਿਸ਼ੈਣੀ, ਤੂੰ ਮੇਰੇ ਹਿਰਦੇ ਵਿੱਚ ਆ ਕੇ ਪ੍ਰਗਟ ਹੋ। ਤੇ ਮੱਤ ਦੇ ਨਾਲ ਹੀ ਸੰਗਤ ਜੀ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ। ਇੱਕ ਹੋਰ ਵੀ ਇੱਥੇ ਇੱਕ ਦ੍ਰਿਸ਼ਟਾਂਤ ਆਪਾਂ ਸਮਝ ਲਈਏ, ਮੱਤ ਔਰ ਮਨ।
ਅਰਦਾਸ ਆਪਾਂ ਨਿਤ ਕਰਦੇ ਹਾਂ ਗੁਰੂ ਕੇ ਚਰਨਾਂ ਵਿੱਚ। ਅਰਦਾਸ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਇਹ ਬੜੇ ਗਹਿਰੇ ਸ਼ਬਦ ਹੈ, ਸਾਡੇ ਵੱਡ ਵਡੇਰਿਆਂ ਨੇ ਅਰਦਾਸ ਦੇ ਵਿੱਚ ਪਾਏ ਹੋਏ। ਆਪਾਂ ਤਾਂ ਕਈ ਵਾਰੀ ਪੜ੍ਹ ਕੇ ਸੰਗਤ ਜੀ ਛੇਤੀ ਛੇਤੀ ਲੰਘ ਜਾਂਦੇ ਆ ਨਾ, ਮਨ ਨੀਵਾਂ ਮੱਤ ਉੱਚੀ, ਮੱਤ ਪਾਦਾ ਰਾਖਾ ਆਪ ਵਾਹਿਗੁਰੂ। ਬਹੁਤੇ ਤਾਂ ਅਰਦਾਸ ਦੇ ਵਿੱਚ ਇਹੀ ਖਿਆਲ ਰੱਖਦੇ ਕਿ ਬਸ ਕਦੋਂ ਸ਼ਬਦ ਆਵੇ ਵਾਹਿਗੁਰੂ ਦੇ ਉਦੋਂ ਬਸ ਬੋਲਣਾ ਹੈ। ਵਿੱਚ ਵਿਚਾਲੇ ਕੀ ਕਿਹਾ ਜਾ ਰਿਹਾ, ਅਰਦਾਸ ਦੇ ਵਿੱਚ ਸ਼ਬਦ ਕੀ ਕਹੇ ਜਾ ਰਹੇ ਨੇ, ਉੱਧਰ ਕੋਈ ਧਿਆਨ ਨਹੀਂ। ਜਾਂ ਬਹੁਤਿਆਂ ਦਾ ਇੱਧਰ ਹੀ ਧਿਆਨ ਹੁੰਦਾ ਕਿ ਜਿਸ ਬਾਬੇ ਨੂੰ ਮੈਂ ਅਰਦਾਸ ਵਾਸਤੇ ਕਿਹਾ ਹੈ ਉਹ ਮੇਰਾ ਨਾਮ ਬੋਲਦਾ ਕਿ ਨਹੀਂ ਬੋਲਦਾ। ਬਸ ਆਪਣਾ ਨਾਮ ਸੁਣਨ ਵਿੱਚ ਹੀ ਧਿਆਨ ਹੁੰਦਾ ਕਿ ਹੁਣ ਇਹ ਅਰਦਾਸ ਦੇ ਵਿੱਚ ਮੇਰਾ ਨਾਮ ਬੋਲਿਆ ਜਾਵੇਗਾ। ਪਰੰਤੂ ਉਦੋਂ ਪਹਿਲਾਂ ਜਿਹੜੇ ਸੰਗਤ ਜੀ ਅੱਖਰ ਬੋਲੇ ਜਾ ਰਹੇ ਨੇ, ਉਹਨਾਂ ਅੱਖਰਾਂ ਦੇ ਵਿੱਚ ਬੜਾ ਗਹਿਰਾ ਸਿਧਾਂਤ ਹੈ। ਇੱਕ ਇੱਕ ਅੱਖਰ ਕਈ ਕਈ ਘੰਟਿਆਂ ਦੀ ਵਿਆਖਿਆ ਦੇ ਵਿੱਚ ਹੈ। ਆਪਾਂ ਪੜ੍ਹਦੇ ਨਾ, ਪ੍ਰਥਮ ਭਗਉਤੀ ਸਿਮਰ ਕੈ। ਭਗਉਤੀ ਕੀ ਹੈ? ਹੁਣ ਇਸ ਦੀ ਵਿਆਖਿਆ ਵਿੱਚ ਚੱਲੀਏ। ਗੁਰੂ ਨਾਨਕ ਲਈ ਧਿਆਏ। ਗੁਰੂ ਨਾਨਕ ਨੂੰ ਧਿਆ ਲਓ। ਕਿਉਂ ਧਿਆ ਲੈਣਾ ਗੁਰੂ ਨਾਨਕ ਸਾਹਿਬ ਜੀ ਨੂੰ? ਕਿਉਂ ਨੇ ਗੁਰੂ ਨਾਨਕ ਦੇਵ ਜੀ ਧਿਆਉਣ ਦੇ ਯੋਗ? ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਫਿਰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਸਹਾਇਕ ਹੋਣਗੇ ਸਾਡੇ। ਕਿਵੇਂ ਹੋਣਗੇ? ਫਿਰ ਅਗਲੀ ਜਿਵੇਂ ਦੂਜੀ ਪੌੜੀ ਆਪਾਂ ਅਰਦਾਸ ਦੀ ਪੜ੍ਹਦੇ ਹਾਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ। ਹੁਣ 5 ਪਿਆਰੇ ਕੌਣ ਸਨ? 4 ਸਾਹਿਬਜ਼ਾਦੇ ਕੌਣ ਸਨ? 40 ਮੁਕਤੇ ਕੌਣ ਸੀ? ਕੀ ਸੀ ਉਹਨਾਂ ਦੇ ਨਾਮ? ਹਠੀਆਂ ਕੌਣ ਸੀ? ਹਠੀ। ਜਪੀਆਂ ਜਪੀ ਕੌਣ ਨੇ? ਤਪੀਆਂ ਤਪੀ ਕੌਣ ਨੇ? ਜਿਨ੍ਹਾਂ ਨਾਮ ਜਪਿਆ ਕਿਹਨਾਂ ਨੇ ਜਪਿਆ? ਵੰਡ ਕੇ ਛਕਿਆ ਕਿਹਨਾਂ ਨੇ ਵੰਡ ਕੇ ਛਕਿਆ? ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਕਿਹਨਾਂ ਨੇ ਦੇਖ ਕੇ ਅਣਡਿੱਠ ਕੀਤਾ? ਫਿਰ ਆਪਾਂ ਪੜ੍ਹਨ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੜੀ ਲੰਮੀ ਚੌੜੀ ਸੰਗਤ ਜੀ ਵਿਆਖਿਆ ਅਰਦਾਸ ਮੰਨਦੀ ਹੈ। ਸੋ ਰਹੋ, ਉਹ ਇੱਕ ਵੱਖਰਾ ਵਿਸ਼ਾ ਹੈ, ਰਹੋ ਵਿਚਾਰ। ਅਰਦਾਸ ਦੇ ਵਿੱਚ ਆਪਾਂ ਅੱਗੇ ਜਾ ਕੇ ਸ਼ਬਦ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਮਨ ਨੀਵਾਂ ਕਿਉਂ ਕਿਹਾ ਤੇ ਮੱਤ ਉੱਚੀ ਕਿਉਂ ਮੰਗੀ ਹੈ? ਕਿਉਂਕਿ ਸੰਗਤ ਜੀ ਮਨ ਦੇ ਵਿੱਚ ਜਿਹੜੇ ਖਿਆਲ ਸਾਡੇ ਪ੍ਰਗਟ ਹੋਏ, ਮਾੜੇ ਵੀ ਹੋ ਸਕਦੇ ਨੇ। ਜੇ ਤਾਂ ਉੱਥੇ ਸਾਡੀ ਮੱਤ ਉੱਚੀ ਹੋਵੇਗੀ, ਉਹ ਮਨ ਨੂੰ ਬੁਰਿਆਈ ਕਰਨ ਤੋਂ ਰੋਕ ਲਵੇਗੀ। ਜੇ ਹੁਣ ਮਨ ਦੇ ਵਿੱਚ ਬੁਰੇ ਖਿਆਲ ਆ ਗਏ ਤੇ ਸਾਡੀ ਮੱਤ ਨੀਵੀਂ ਹੋ ਗਈ, ਤੇ ਫਿਰ ਮੱਤ, ਕਿਉਂਕਿ ਮਨ ਨੇ ਜਿਹੜਾ ਵੀ ਖਿਆਲ ਕੀਤਾ ਨਾ ਸੰਗਤ ਜੀ, ਉਹ ਮੱਤ ਨੂੰ ਪੁੱਛਦਾ ਹੈ ਜਾ ਕੇ ਵੀ ਮੈਂ ਇਹ ਕਰ ਲਵਾਂ। ਜਿਵੇਂ ਛੋਟਾ ਬੱਚਾ ਆਪਣੀ ਮਾਂ ਨੂੰ ਪੁੱਛਦਾ ਨਾ ਕਿ ਮੈਂ ਇੱਥੇ ਜਾਵਾਂ, ਕੰਮ ਕਰ ਲਵਾਂ, ਇੱਦਾਂ ਹੀ ਸਾਡੇ ਮਨ ਦਾ ਅੰਦਰ ਖਿਆਲ ਹੈ। ਮਨ ਨੇ ਕੇਵਲ ਖਿਆਲ ਪ੍ਰਗਟ ਕਰਨੇ ਹੁੰਦੇ ਨੇ, ਪਰੰਤੂ ਇਹਨੂੰ ਪਿੱਛੋਂ ਜਿਹੜਾ ਆਰਡਰ ਆਉਂਦਾ ਹੈ ਉਹ ਮੱਤ ਦਾ ਆਉਂਦਾ ਹੈ। ਜੇ ਮੱਤ ਨੇ ਹਾਂ ਕਰਤੀ, ਫਿਰ ਮਨ ਉਹ ਕਰਮ ਸੰਗਤ ਜੀ ਕਰਦਾ ਹੈ, ਨਹੀਂ ਤਾਂ ਖਿਆਲ ਬਹੁਤੇ ਕਰੀ ਜਾਂਦਾ ਸਾਰਾ ਦਿਨ। ਜਿਸ ਖਿਆਲ ਦੇ ਉੱਤੇ ਮੱਤ ਨੇ ਮੋਹਰ ਲਾ ਦਿੱਤੀ, ਉਹ ਖਿਆਲ ਹੀ ਫਿਰ ਸੰਗਤ ਜੀ ਅੱਗੇ ਲੇਖੇ 'ਚ ਪੈਂਦਾ, ਉਹ ਬੰਦਾ ਫਿਰ ਉੱਧਰ ਨੂੰ ਪ੍ਰਵਿਰਤ ਹੁੰਦਾ। ਹੁਣ ਮਨ ਨੇ ਖਿਆਲ ਕੀਤਾ ਕੋਈ ਮਾੜਾ ਗਲਤ, ਵੀ ਕਿਸੇ ਦਾ ਮੈਂ ਬੁਰਾ ਕਰ ਆਵਾਂ, ਮੱਤ ਨੇ ਉਸੇ ਸਮੇਂ ਮੋਹਰ ਲਾਤੀ ਵੀ ਹਾਂ ਕੋਈ ਨਹੀਂ ਕਰ ਰਿਹਾ, ਤੇ ਫਿਰ ਬੰਦਾ ਮੱਤ ਦੇ ਮਗਰ ਲੱਗ ਕੇ ਉਹ ਕੰਮ ਕਰਦਾ। ਜੇ ਬੰਦੇ ਦੇ ਮਨ 'ਚ ਖਿਆਲ ਆ ਗਿਆ ਕਿ ਆਹ ਕੰਮ ਮਾੜਾ ਹੈ ਕਿ ਮੈਂ ਕਰਾਂ, ਮੱਤ ਨੇ ਕਿਹਾ ਨਹੀਂ, ਇਹ ਤੈਨੂੰ ਸ਼ੋਭਾ ਨਹੀਂ ਦਿੰਦਾ, ਕਿਉਂਕਿ ਨਿਰਣਾ ਬੁੱਧ ਨੇ ਕਰਨਾ ਹੁੰਦਾ ਹੈ ਨਾ। ਮੱਤ ਫਿਰ ਨਿਰਣਾ ਕਰਦੀ ਉੱਥੇ, ਉਹ ਕਹਿੰਦੀ ਨਹੀਂ ਇਹ ਤੇਰੇ ਕਰਨ ਜੋ ਕਰਮ ਨਹੀਂ ਹੈ। ਤੇ ਜੇ ਤਾਂ ਮਨ ਨੇ ਮੱਤ ਦੀ ਮੰਨ ਲਈ, ਫਿਰ ਤਾਂ ਬਚਾਅ ਹੋ ਗਿਆ। ਜੇ ਮਨ ਨੇ ਮੱਤ ਦੀ ਨਾ ਮੰਨੀ, ਉੱਥੇ ਫਿਰ ਨੁਕਸਾਨ ਹੈ। ਇਸੇ ਕਰਕੇ ਅਰਦਾਸ ਵਿੱਚ ਆਪਾਂ ਹਰ ਰੋਜ਼ ਕਹਿੰਦੇ ਮਨ ਨੀਵਾਂ, ਮਹਾਰਾਜ ਸਾਨੂੰ ਮਨ ਨੀਵਾਂ ਬਖਸ਼ੀ, ਮਨ ਨੀਵਾਂ ਹੀ ਰਵੇ, ਦੱਬਿਆ ਹੀ ਰਵੇ, ਤੇ ਮੱਤ ਉੱਚੀ ਬਖਸ਼ੀ ਸਾਨੂੰ, ਚੰਗੀ ਨੇਕ ਮੱਤ ਬਖਸ਼ਿਸ਼ ਕਰੀ ਸਾਨੂੰ। ਇਹ ਕੁਝ ਸੰਗਤ ਜੀ ਖਿਆਲਾਤ ਅਰਦਾਸ ਵਿੱਚ ਲਫ਼ਜ਼ ਆਪਾਂ ਪੜ੍ਹਦੇ ਹਾਂ। ਤੋ ਇਹ ਮਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਮਨ ਨੂੰ ਮੈਲ ਲੱਗੀ ਹੋਈ ਬਹੁਤੀ। ਇਹ ਮੈਲ ਕਿਵੇਂ ਪ੍ਰਗਟ ਹੋ ਰਹੀ ਹੈ? ਮਤ ਬੁੱਧ ਦੇ ਨਿਰਣੇ ਕਰਕੇ। ਤੋ ਮਹਾਰਾਜ ਕਹਿੰਦੇ ਆ ਕਿ ਸਾਫ਼ ਕਿਵੇਂ ਹੋਵੇ? ਪਹਿਲਾਂ ਜਿਹੜਾ ਆਪਣਾ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰੋ,
ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਤੇ ਆਪਣੀ ਮੈਂ ਵੱਲੇ ਪਾਸੇ ਤੋਂ ਮਰ ਜਾਓ, ਭਾਵ ਆਪਣੀ ਮੈਂ ਨੂੰ ਪਾਸੇ ਕਰ ਦਿਓ। ਫਿਰ ਮਹਾਰਾਜ ਕਹਿੰਦੇ ਉਲਟੀ ਹੋਵੇ ਮਤ ਬਦਲਾਹੋ। ਇਹ ਮਤ ਜਿਹੜੀ ਉਲਟੀ ਪਈ ਸੀ ਨਾ, ਪਹਿਲਾਂ ਹੀ ਪੁੱਠੇ ਪਾਸੇ ਲੱਗੀ ਸੀ, ਮਹਾਰਾਜ ਕਹਿੰਦੇ ਫਿਰ ਇਹ ਬਦਲ ਜਾਂਦੀ ਹੁੰਦੀ ਹੈ, ਮਤ ਉੱਤਮ ਹੋ ਜਾਂਦੀ ਹੈ, ਵਿਸ਼ੇ ਵਿਸ਼ੈਣੀ ਤੋਂ ਬਦਲ ਕੇ ਆਤਮ ਵਿਸ਼ੈਣੀ ਬਣ ਜਾਂਦੀ ਹੈ। ਜਿਵੇਂ ਇੱਕ ਉਦਾਹਰਨ ਲੈ ਲਈਏ, ਸੰਗਤ ਜੀ, ਮਿੱਟੀ ਦਾ ਤੇਲ ਹੁੰਦਾ ਸੀ ਪਹਿਲਾਂ, ਅੱਜ ਵੀ ਕਿਤੇ ਕਿਤੇ ਆਉਂਦਾ ਹੈ। ਉਹ ਜਿਸ ਬੋਤਲ ਦੇ ਵਿੱਚ, ਕਿਸੇ ਭਾਂਡੇ ਵਿੱਚ ਮਿੱਟੀ ਦਾ ਤੇਲ ਪਿਆ ਹੁੰਦਾ ਸੀ, ਅਤੇ ਉਹ ਤੇਲ ਚਾਹੇ ਆਪਾਂ ਵਰਤ ਲਈਏ, ਕੱਢ ਲਈਏ, ਸਟੋਵ ਬਾਲੇ ਜਾਂਦੇ ਹੁੰਦੇ ਸੀ ਪਹਿਲਾਂ, ਭੱਠੀਆਂ ਬਾਲੀਆਂ ਜਾਂਦੀਆਂ ਸੀ ਤੇਲ ਨਾਲ, ਮਿੱਟੀ ਦੇ ਤੇਲ ਨਾਲ। ਅਤੇ ਜਿਸ ਬਰਤਨ ਵਿੱਚ ਤੇਲ ਪਿਆ ਹੁੰਦਾ ਉਹਦੇ ਵਿੱਚੋਂ ਫਿਰ ਉਹ ਤੇਲ ਦੀ ਅੰਦਰੋਂ ਬਦਬੂ ਜੀ ਆਉਂਦੀ ਰਹਿੰਦੀ ਹੈ। ਹੁਣ ਜੇ ਉਹ ਦੂਰ ਕਰਨੀ ਹੋਵੇ, ਉਹ ਭਾਂਡੇ ਨੂੰ ਆਪਾਂ ਵਰਤੋਂ ਵਿੱਚ ਲਿਆਉਣਾ ਹੋਵੇ, ਤਾਂ ਸਿਆਣੇ ਲੋਕ ਕੀ ਕਰਦੇ ਹੁੰਦੇ ਸੀ, ਪਹਿਲਾਂ ਸੰਗਤ ਜੀ ਉਹਦੇ ਵਿੱਚ ਸੋਡਾ ਪਾ ਕੇ, ਸਾਬਣ ਪਾ ਕੇ ਉਹਨੂੰ ਧੋ ਲੈਂਦੇ। ਧੋਣ ਤੋਂ ਬਾਅਦ ਫਿਰ ਉਹਨੂੰ ਚੰਗੇ ਤਰੀਕੇ ਦੇ ਨਾਲ ਸੁਕਾ ਲੈਂਦੇ, ਸੁਕਾ ਕੇ ਅਤੇ ਫਿਰ ਉਹਦੇ ਵਿੱਚ ਅਤਰ, ਫਲੇਲ ਆਦਿਕ ਸੁਗੰਧੀਆਂ ਵਾਲੇ ਪਦਾਰਥ ਪਾ ਦਿੰਦੇ। ਉਹਦੇ ਨਾਲ ਜਿਹੜੀ ਮਿੱਟੀ ਦੇ ਤੇਲ ਦੀ ਬਦਬੂ ਸੀ ਉਹ ਫਿਰ ਦੂਰ ਹੋ ਜਾਂਦੀ। ਹੌਲੀ ਹੌਲੀ ਫਿਰ ਉਹਦੇ ਵਿੱਚੋਂ ਅਤਰ ਫਲੇਲਾਂ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਇੱਦਾਂ ਉਹ ਭਾਂਡਾ ਬਦਲ ਕਰਕੇ ਸੁਗੰਧੀ ਵਾਲਾ ਬਣ ਗਿਆ, ਬਦਬੂ ਤੋਂ ਬਦਲ ਕੇ ਸੁਗੰਧੀ ਵਾਲਾ ਹੋ ਗਿਆ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਹੈ ਕਿ ਸਾਡੇ ਅੰਦਰ ਮਿੱਟੀ ਦੇ ਤੇਲ ਵਾਂਗ ਵਿਕਾਰਾਂ ਦੀ ਬਦਬੂ ਆ ਰਹੀ ਹੈ, ਅਤੇ ਜਿਵੇਂ ਹੀ ਆਪਾਂ ਸੰਗਤ ਵਿੱਚ ਜਾਣ ਲੱਗ ਪਏ, ਸੰਗਤ ਵਿੱਚ ਜਾਂਦਿਆਂ ਜਾਂਦਿਆਂ ਗੁਰੂ ਦੀ ਕਿਰਪਾ ਵਰਤੀ, ਆਪਣੀ ਮੈਂ ਪਾਸੇ ਹੋਈ ਸਾਡੀ, ਤਾਂ ਫਿਰ ਇਹਦੇ ਵਿੱਚ ਪਰਮਾਤਮਾ ਦੀ ਭਗਤੀ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ, ਅੰਦਰ ਰੱਬ ਦਾ ਨਾਮ ਚੱਲਣ ਲੱਗ ਪੈਂਦਾ ਹੈ। ਇਸ ਤਰ੍ਹਾਂ ਇਹ ਮਤ ਬਦਲ ਜਾਂਦੀ ਹੈ। ਨਾਨਕ ਮੈਲ ਨ ਲੱਗਈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਫਿਰ ਮੈਲ ਨਹੀਂ ਮਨ ਨੂੰ ਲੱਗਦੀ ਹੈ। ਨਾ ਫਿਰ ਜੋਨੀ ਪਾਹੁ। ਜਦੋਂ ਪਾਪਾਂ ਦੀ ਹਉਮੈ ਦੀ ਮੈਲ ਹੀ ਨਾ ਲੱਗੀ ਮਨ ਨੂੰ, ਤੇ ਫਿਰ ਬੰਦੇ ਨੂੰ ਜੂਨੀਆਂ 'ਚ ਕੀ ਪੈਣਾ ਸੀ। ਮੁੜ ਕੇ ਮਹਾਰਾਜ ਕਹਿੰਦੇ ਜੂਨਾਂ ਵਿੱਚ ਵੀ ਨਹੀਂ ਪਾਇਆ ਜਾਂਦਾ।